गुरु दे जाए आ साडे दादे पड़दादियां ने सिੱਖੀ ਦੇ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਾਂਗੇ। ਗੰਗੂ ਦੇ ਘਰ ਤੋਂ ਬਾਅਦ ਅਗਲਾ ਸਫ਼ਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਕਿਵੇਂ ਦਾ ਰਹਿੰਦਾ ਹੈ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਹੱਥਾਂ ਦੇ ਵਿੱਚ ਹੱਥਕੜੀਆਂ ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਉਹਨਾਂ ਨੂੰ ਪੈਦਲ ਤੋੜ ਕੇ ਲਿਜਾਇਆ ਗਿਆ। ਉਹਨਾਂ ਦੀਆਂ ਨੱਕ ਦੀਆਂ ਟੋਡਰੀਆਂ ਲਾਲ ਹੋਈਆਂ ਪਈਆਂ ਸੀ, ਬੁੱਲ ਨੀਲੇ ਹੋਏ ਪਏ ਸੀ ਤੇ ਹੱਥ ਠੰਡ ਦੇ ਨਾਲ ਬੇਹਾਲ ਹੋਏ ਪਏ ਸੀ। ਜਲਾਦਾਂ ਨੇ ਸ਼ਾਸ਼ਲ ਬੇਗ ਬਾਸ਼ਲ ਬੇਗ ਨੇ ਆਪਣੇ ਗੋਡੇ ਦੇ ਥੱਲੇ ਉਹਨਾਂ ਦੀਆਂ ਧੌਣਾਂ ਰੱਖੀਆਂ ਤੇ ਉਹਨਾਂ ਦੇ ਉੱਤੇ ਖੰਜਰ ਨਾਲ ਵਾਰ ਕੀਤਾ। ਦੁਨੀਆ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਜਿੰਨੇ ਸਿੱਖ ਧਰਮ ਦੇ ਵਿੱਚ ਸ਼ਹੀਦ ਹੋਏ ਨੇ, ਜਿੰਨੀਆਂ ਸ਼ਹਾਦਤਾਂ ਸਿੱਖ ਧਰਮ ਦੇ ਵਿੱਚ ਲੋਕਾਂ ਨੇ ਦਿੱਤੀਆਂ, ਉਨੀਆਂ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਹੋਈਆਂ। ਸਭ ਤੋਂ ਛੋਟੇ ਤੇ ਸਭ ਤੋਂ ਮਾਸੂਮ ਬੱਚਿਆਂ ਦੀਆਂ ਸ਼ਹਾਦਤਾਂ ਵੀ ਇਸੇ ਧਰਮ ਦੇ ਵਿੱਚ ਹੋਈਆਂ। ਸਾਕਾ ਸਰਹੰਦ ਦੀ ਦਾਸਤਾਨ, ਸਾਕਾ ਸਰਹੰਦ ਜੋ ਵਾਪਰਿਆ ਉਹ ਇੱਕ ਇਹੋ ਜਿਹੀ ਦਾਸਤਾਨ ਆ ਜਿਹੜੀ ਕਿ ਲੂ ਕੰਡੇ ਖੜੇ ਕਰ ਦਿੰਦੀ ਹੈ। ਜਿਹੜਾ ਵੀ ਸੁਣਦਾ ਆ, ਬਹੁਤ ਦਰਦਮਈ ਇੱਕ ਦਾਸਤਾਨ ਆ ਉਹ, ਜਿਹਦੇ ਵਿੱਚ ਨਿੱਕੇ ਨਿੱਕੇ ਬੱਚੇ, ਛੋਟੀਆਂ ਜਿੰਦਾ ਮਾਸੂਮ ਬੱਚੇ ਜਿਹੜੇ ਆ ਉਹਨਾਂ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀਆਂ ਸ਼ਹਾਦਤਾਂ ਨੇ ਸਿੱਖ ਧਰਮ ਦੀ ਬੁਨਿਆਦ ਨੂੰ ਪੱਕਿਆਂ ਕੀਤਾ। ਜਦੋਂ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਇੰਨਾ ਹੀ ਸੁਣਦੇ ਹਾਂ ਹਰ ਵਾਰੀ ਕਿ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਸਾਹਿਬ ਨੇ, ਸਰਸਾ ਨਦੀ ਦੇ ਕੰਢੇ ਪੁੱਜੇ, ਉੱਥੇ ਹੜ੍ਹ ਆਇਆ ਹੋਇਆ ਸੀ, ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਕਿਸੇ ਤਰਫ ਚਲੇ ਗਏ, ਮਾਤਾਵਾਂ ਕਿਸੇ ਤਰਫ ਚਲੇ ਗਈਆਂ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉੱਥੋਂ ਚੱਲਦੇ ਚੱਲਦੇ ਤੁਰਦੇ ਗਏ, ਉਹ ਪਹੁੰਚ ਗਏ ਗੰਗੂ ਦੇ ਕੋਲ। ਗੰਗੂ ਦੇ ਘਰ ਪੁੱਜੇ, ਉੱਥੇ ਗੰਗੂ ਨੇ ਲਾਲਚ ਦੇ ਤੌਰ ਉੱਤੇ ਮੋਹਰਾਂ ਚੋਰੀ ਕਰਨੀਆਂ ਸੀ। ਉਹਦੇ ਤੋਂ ਬਾਅਦ ਉਹ ਸ਼ਿਕਾਇਤ ਕਰਦਾ ਆ ਮੋਰਿੰਡੇ ਤੋਂ ਉਹਨਾਂ ਨੂੰ ਲਿਜਾਇਆ ਗਿਆ ਸਰਹੰਦ, ਉੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਬੱਚਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਤੋਂ ਪਹਿਲਾਂ ਉਹਨਾਂ ਦੇ ਨਾਲ ਕੀ ਵਾਪਰਿਆ, ਕਿਉਂਕਿ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਸੀ ਜਦੋਂ ਉਹ ਚੱਲਦੇ ਗਏ, ਕਦੇ ਕਿਤੇ ਰੁਕਿਆ, ਕਦੇ ਕਿਤੇ ਰੁਕੇ, ਕਦੇ ਕਿਤੇ ਰਾਤਾਂ ਬਿਤਾਈਆਂ ਆ। ਅਖੀਰ ਤੇ ਉਹ ਮੋਰਿੰਡੇ ਦੀ ਹਵਾਲਾਤ 'ਚ ਪੁੱਜੇ। ਉਸ ਤੋਂ ਅੱਗੇ 2 ਦਿਨ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਮਤਲਬ ਪੂਰੇ ਦਿਨ ਦੇ ਵਿੱਚ ਸਿਰਫ ਇੰਨਾ ਤੇ ਨਹੀਂ ਕਿ ਉਹਨਾਂ ਨੂੰ ਲਿਜਾਇਆ ਗਿਆ ਤੇ ਠੰਡੇ ਬੁਰਜ ਦੇ ਵਿੱਚ ਰੱਖ ਦਿੱਤਾ, ਉਸ ਤੋਂ ਬਾਅਦ ਨੀਹਾਂ ਦੇ ਵਿੱਚ ਚਿਣਵਾ ਦਿੱਤਾ। ਕੀ ਵਾਪਰਿਆ ਹੋਵੇਗਾ, ਕਿਉਂਕਿ ਉਹਨਾਂ ਨੂੰ ਬਹੁਤ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਨਿੱਕੇ ਨਿੱਕੇ ਬੱਚੇ ਸੀ ਉਹ, ਬਜ਼ੁਰਗ ਸਰੀਰ ਸੀ ਮਾਤਾ ਗੁਜਰੀ ਜੀ ਦਾ। ਸੋ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਆ, ਸਾਡਾ ਇਤਿਹਾਸ ਆ ਕਿ ਅਸਲ ਦੇ ਵਿੱਚ ਉਹਨਾਂ ਦੇ ਨਾਲ ਕੀ ਵਾਪਰਿਆ ਹੋਵੇਗਾ। ਇਸ ਬਾਰੇ ਅੱਜ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਜਿਸ ਜਾਣਕਾਰੀ ਦੀ ਆਪਾਂ ਗੱਲ ਕਰਾਂਗੇ, ਅਸਲ ਦੇ ਵਿੱਚ ਇਹ ਇੱਕ ਸਿੱਖ ਭਾਈ ਦੁਨਾ ਸਿੰਘ ਹੰਡੂਰੀਆ, ਜੋ ਕਿ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਰਹੇ ਸੀ ਤੇ ਚਮਕੌਰ ਸਾਹਿਬ ਦੀ ਜੰਗ ਤੋਂ ਪਹਿਲਾਂ ਉਹ ਗੁਰੂ ਸਾਹਿਬ ਦੇ ਨਾਲੋਂ ਵਿਛੜੇ ਸੀ। ਸੋ ਉਹਨਾਂ ਨੇ ਕਿਤਾਬ ਲਿਖੀ ਹੈ ਬ੍ਰਿਜ ਭਾਸ਼ਾ ਦੇ ਵਿੱਚ, ਕਥਾ ਗੁਰ ਸੂਤਨ ਕੀ, ਉਹਦੇ ਹਵਾਲੇ ਦੇ ਨਾਲ। ਤੇ ਉਸ ਤੋਂ ਬਾਅਦ ਉਹਨਾਂ ਤੋਂ ਇਲਾਵਾ ਡਾਕਟਰ ਗੰਡਾ ਸਿੰਘ ਤੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਲਿਖਤਾਂ ਦੇ ਹਵਾਲੇ ਦੇ ਨਾਲ ਇਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ। ਗੰਗੂ ਦੇ ਘਰ ਤੋਂ ਬਾਅਦ ਅਗਲਾ ਸਫ਼ਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਕਿਵੇਂ ਦਾ ਰਹਿੰਦਾ ਹੈ। ਜਦੋਂ ਉਹਨਾਂ ਨੂੰ ਗੰਗੂ ਜਿਹੜੀ ਸ਼ਿਕਾਇਤ ਕਰਦਾ ਹੈ ਪਿੰਡ ਦੇ ਚੌਧਰੀ ਨੂੰ, ਪਿੰਡ ਦਾ ਚੌਧਰੀ ਅੱਗੇ ਜਾ ਕੇ ਮੋਰਿੰਡੇ ਦੇ ਕੋਤਵਾਲ ਨੂੰ ਜਾ ਕੇ ਦੱਸਦਾ ਆ ਕਿ ਬੱਚੇ ਉੱਥੇ ਗੰਗੂ ਦੇ ਕੋਲ ਆ। ਉਹਨਾਂ ਨੂੰ ਮੋਰਿੰਡੇ ਲਿਆਂਦਾ ਜਾਂਦਾ ਆ, ਉੱਥੇ ਕਾਲ ਕੋਠੜੀ ਦੇ ਵਿੱਚ ਕੈਦ ਕੀਤਾ ਜਾਂਦਾ ਆ। ਉਸ ਕਾਲ ਕੋਠੜੀ ਦੇ ਵਿੱਚ ਉਹਨਾਂ ਨੂੰ ਭੁੱਖਿਆਂ ਰੱਖਿਆ ਜਾਂਦਾ ਹੈ। ਜਿੱਦਾਂ ਆਪਾਂ ਪਹਿਲੀ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਉਸ ਤੋਂ ਪਹਿਲਾਂ ਜਦੋਂ ਉਹ ਗੰਗੂ ਦੇ ਘਰ ਹੁੰਦੇ ਆ ਤੇ ਰਾਤ ਨੂੰ ਉਹ 2 ਸਿਰ ਪਤਾਸੇ ਖਾ ਕੇ ਮਗਰ ਪਾਣੀ ਛਕਦੇ ਆ ਤੇ ਉਹਨਾਂ ਨੇ ਕੁਝ ਖਾਦਾ ਨਹੀਂ ਹੁੰਦਾ। ਸਵੇਰ ਨੂੰ ਗੰਗੂ ਨੇ ਵੀ ਉਹਨਾਂ ਨੂੰ ਕੋਈ ਭੋਜਨ ਨਹੀਂ ਪਰੋਸਿਆ ਹੁੰਦਾ। ਉਹ ਸਿੱਧਾ ਹਵਾਲਾਤ ਵਿੱਚ ਪੁੱਜਦੇ ਆ, ਉੱਥੇ ਵੀ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਜਾਂਦਾ। ਭੁੱਖੇ ਉਹਨਾਂ ਨੂੰ ਠੰਡੀ ਜ਼ਮੀਨ ਉੱਤੇ ਰੱਖਿਆ ਜਾਂਦਾ ਆ। ਉਹ ਸਾਰੀ ਰਾਤ ਅੱਤ ਦੀ ਠੰਡ ਵਿੱਚ ਉਹਨਾਂ ਨੇ ਇੱਦਾਂ ਹੀ ਬਤੀਤ ਕੀਤੀ, ਬਿਨਾਂ ਕਿਸੇ ਉੱਤੇ ਲੈਣ ਵਾਲੇ ਕੱਪੜੇ ਤੋਂ। ਅਗਲੀ ਸਵੇਰ 11 ਪੋਹ ਦੀ ਜਦੋਂ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ। ਸਰਹੰਦ ਉਹਨਾਂ ਨੂੰ ਕਿਵੇਂ ਲਿਜਾਇਆ ਗਿਆ, ਇਸ ਬਾਰੇ ਦੁਨਾ ਸਿੰਘ ਹੰਡੂਰੀਆ ਲਿਖਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ
ਹੱਥਾਂ ਦੇ ਵਿੱਚ ਹੱਥਕੜੀਆਂ, ਪੈਰਾਂ ਦੇ ਵਿੱਚ ਜੰਜੀਰਾਂ ਪਾ ਕੇ ਉਹਨਾਂ ਨੂੰ ਪੈਦਲ ਤੋਰ ਕੇ ਲਿਜਾਇਆ ਗਿਆ। ਮੋਰਿੰਡੇ ਤੋਂ ਸਰਹੰਦ ਤੱਕ 25 ਕਿਲੋਮੀਟਰ ਦਾ ਰਸਤਾ ਨੰਗੇ ਪੈਰੀਂ ਤੋਰ ਕੇ ਤੇ ਬਹੁਤ ਸਖਤੀ ਦੇ ਨਾਲ ਉਹਨਾਂ ਨੂੰ ਲਿਜਾਇਆ ਗਿਆ, ਕੁਛ ਖਾਣ ਨੂੰ ਦਿੱਤੇ ਬਿਨਾਂ। 11 ਪੋਹ ਨੂੰ ਜਦੋਂ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਵਜ਼ੀਰ ਖਾਨ ਦੇ ਉੱਥੇ ਦਰਬਾਰ ਦੇ ਵਿੱਚ, ਤੇ ਉੱਥੇ ਲਿਜਾ ਕੇ ਉਹਨਾਂ ਨੂੰ ਫਿਰ ਤੋਂ ਖਾਣ ਨੂੰ ਕੁਝ ਨਹੀਂ ਦਿੱਤਾ ਜਾਂਦਾ। ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦੇ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ, ਬੜੀ ਬੇਬਾਕੀ ਦੇ ਨਾਲ, ਬੜੇ ਬੇਖੌਫ ਹੋ ਕੇ ਉਹਦੇ ਵਜ਼ੀਦੇ ਖਾਨ ਦੇ ਜਾਂ ਸੁੱਚਾ ਆਨੰਦ ਦੇ ਜਿਹੜੇ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਉਹਨਾਂ ਦੇ ਉਹ ਜਵਾਬ ਦਿੰਦੇ ਆ। ਉਹਨਾਂ ਨੂੰ ਉਸ ਅਕਾਲ ਪੁਰਖ ਦਾ, ਅੱਲਾ ਦਾ ਖੌਫ ਵੀ ਦਿਖਾਉਂਦੇ, ਦਰਸਾਉਂਦੇ ਆ ਕਿ ਤੂੰ ਅੱਲਾ ਤੋਂ ਡਰ। ਪਰ ਜੋ ਸਭ ਕੁਝ ਉੱਥੇ ਹੋਇਆ ਇਹ ਸਭ ਨੂੰ ਪਤਾ ਹੈ। ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਹੈ, ਉੱਥੇ ਰੱਖਿਆ ਜਾਂਦਾ ਹੈ। ਵਜ਼ੀਰ ਖਾਨ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਵਾਸਤੇ, ਗ੍ਰਿਫਤਾਰ ਕਰਨ ਵਾਸਤੇ ਹਰ ਤਰ੍ਹਾਂ ਦੇ ਦਾਅਵੇ ਚਲਾ ਚੁੱਕਿਆ ਸੀ, ਆਪਣੀ ਹਰ ਇੱਕ ਮੁਮਕਿਨ ਕੋਸ਼ਿਸ਼ ਕਰ ਚੁੱਕਿਆ ਸੀ, ਪਰ ਗੁਰੂ ਸਾਹਿਬ ਉਹਦੇ ਹੱਥ ਨਹੀਂ ਸੀ ਆਏ। ਸੋ ਉਹਨੇ ਇਹ ਇੱਕ ਆਪਣਾ ਆਖਰੀ ਤਰੀਕਾ ਅਜ਼ਮਾਇਆ ਕਿ ਗੁਰੂ ਸਾਹਿਬ ਦੇ ਬੱਚੇ ਤੇ ਉਹਨਾਂ ਦੀ ਮਾਂ ਨੂੰ ਮੈਂ ਗ੍ਰਿਫਤਾਰ ਕਰ ਲਵਾਂਗਾ ਤੇ ਗੁਰੂ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਜ਼ਰੂਰ ਆਵੇਗਾ। ਪਰ ਉਹਨੂੰ ਨਹੀਂ ਸੀ ਪਤਾ ਕਿ ਗੁਰੂ ਸਾਹਿਬ ਤਾਂ ਆਪਣਾ ਸਰਬੰਸ ਵਾਰਨ ਦੇ ਵਾਸਤੇ ਤਿਆਰ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ, ਉਸ ਠੰਡੇ ਬੁਰਜ ਦੇ ਵਿੱਚ ਇੱਕ ਤਾਂ ਆਲੇ ਦੁਆਲੇ ਕੋਈ ਵਲਗਣ, ਕੋਈ ਕੰਧਾ ਨਹੀਂ ਸੀ। ਸਿੱਧੀ ਜਿਹੜੀ ਠੰਡ ਦੇ ਵਿੱਚ ਤਾਂ ਵੈਸੇ ਹੀ ਨਿੱਧਰੇ ਬਹੁਤ ਠੰਡੀ ਹਵਾ ਲੱਗਦੀ ਹੈ, ਤੇ ਜਿਹੜੀ ਉਚਾਈ ਦੇ ਉੱਤੇ ਬਣਿਆ ਹੋਇਆ ਠੰਡਾ ਬੁਰਜ, ਉੱਥੇ ਤਾਂ ਹੋਰ ਵੀ ਜ਼ਿਆਦਾ ਠੰਡੀ ਹਵਾ ਲੱਗਦੀ ਹੈ। ਉੱਤੋਂ ਉਸ ਬੁਰਜ ਦੇ ਥੱਲੇ ਪਾਣੀ ਵਗਦਾ ਸੀ, ਪਾਣੀ ਦਾ ਵਹਾਅ ਸੀ। ਸੋ ਜਿਹੜੀ ਹਵਾ ਆ ਉਹ ਉਸ ਪਾਣੀ ਦੇ ਵਿੱਚ ਟਕਰਾ ਕੇ ਤੇ ਜਦੋਂ ਉੱਪਰ ਜਾਂਦੀ ਹੈ ਤਾਂ ਗਰਮੀਆਂ ਦੇ ਵਿੱਚ ਵੀ ਉਹ ਕੰਬਣੀ ਛੇੜ ਦਿੰਦੀ ਸੀ, ਬਹੁਤ ਠੰਡੀ ਲੱਗਦੀ। ਤੇ ਸਰਦੀਆਂ ਦੇ ਵਿੱਚ ਕੀ ਹਾਲ ਹੁੰਦਾ ਹੋਵੇਗਾ। ਉੱਥੇ ਜਿਹੜੇ ਨਿੱਕੇ ਨਿੱਕੇ ਲਾਲ 7 ਤੇ 9 ਸਾਲ ਦੀ ਉਮਰ ਦੇ ਬੈਠੇ ਸੀ, ਇੱਕ ਬਜ਼ੁਰਗ ਸਰੀਰ ਬੈਠਾ ਸੀ। ਇਨੀ ਅੱਤ ਦੀ ਠੰਡੀ ਰਾਤ, ਠੰਡੇ ਦਿਨਾਂ ਦੇ ਵਿੱਚ ਉਹ ਠੰਡੀ ਹਵਾ, ਸਰੀਰ ਨੂੰ ਚੀਰਵੀਂ ਹਵਾ ਕਿਹੋ ਜਿਹੀ ਲੱਗਦੀ ਹੋਵੇਗੀ, ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਫਿਰ ਉਹਨਾਂ ਦੇ ਕੋਲ ਠੰਡੇ ਬੁਰਜ ਕੁਝ ਲੈਣ ਵਾਸਤੇ ਕੱਪੜਾ ਵੀ ਨਹੀਂ ਸੀ। ਉਹਨਾਂ ਨੂੰ ਕੋਈ ਕੱਪੜਾ ਨਹੀਂ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਕਿ ਇਹ ਸ਼ਾਇਦ ਤਸੀਹੇ ਦੇਣ ਤੋਂ ਬਾਅਦ ਡਰ ਜਾਣ ਤੇ ਇਸਲਾਮ ਨੂੰ ਕਬੂਲ ਕਰ ਲੈਣ, ਸਿੱਖੀ ਨੂੰ ਛੱਡ ਦੇਣ। ਸੋ ਉਹਨਾਂ ਨੂੰ ਕੋਈ ਕੱਪੜਾ ਵੀ ਨਹੀਂ ਸੀ ਦਿੱਤਾ ਗਿਆ, ਉਹਨਾਂ ਨੂੰ ਉੱਥੇ ਵੀ ਭੁੱਖੇ ਰੱਖਿਆ ਗਿਆ ਸੀ। ਦੋਹਾਂ ਬੱਚਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਬਹੁਤ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ। ਡਾਕਟਰ ਗੰਡਾ ਸਿੰਘ ਲਿਖਦੇ ਨੇ ਕਿ ਜਦੋਂ ਉਹ 2 ਦਿਨਾਂ ਬਾਅਦ ਉਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਉਹਨਾਂ ਦੀਆਂ ਨੱਕ ਦੀਆਂ ਟੋਡਰੀਆਂ ਲਾਲ ਹੋਈਆਂ ਪਈਆਂ ਸੀ, ਬੁੱਲ ਨੀਲੇ ਹੋਏ ਪਏ ਸੀ ਤੇ ਹੱਥ ਠੰਡ ਦੇ ਨਾਲ ਬੇਹਾਲ ਹੋਏ ਪਏ ਸੀ। ਜਦੋਂ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ, ਉਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਗੁਰੂ ਦੇ ਜ਼ਾਏ ਆ, ਸਾਡੇ ਦਾਦੇ ਪੜਦਾਦਿਆਂ ਨੇ ਸਿੱਖੀ ਦੇ ਖਾਤਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਾਂਗੇ। ਤੇ ਫੈਸਲਾ ਸੁਣਾਇਆ ਗਿਆ ਕਿ ਦੋਹਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਜਾਵੇ। ਛੋਟੇ ਸਾਹਿਬਜ਼ਾਦੇ ਵਾਪਸ ਠੰਡੇ ਬੁਰਜ ਦੇ ਵਿੱਚ ਆਏ। ਦਾਦੀ ਮਾਂ ਨੂੰ ਫੈਸਲਾ ਸੁਣਾਇਆ ਕਿ ਕੀ ਫੈਸਲਾ ਆਇਆ ਹੈ। ਉਹਨਾਂ ਨੂੰ ਅਗਲੇ ਦਿਨ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇਗਾ। ਮਾਤਾ ਗੁਜਰੀ ਜੀ ਨੇ ਆਪਣੀ ਉਮਰ ਭਰ ਦੀ ਸੇਵਾ ਭਾਵਨਾ, ਆਪਣੀ ਉਮਰ ਭਰ ਦੀ ਜਿਹੜੀ ਰੱਬੀ ਕਮਾਈ ਸੀ, ਉਹ ਉਸ ਰਾਤ ਉਹਨਾਂ ਦੋਹਾਂ ਸਾਹਿਬਜ਼ਾਦਿਆਂ ਦੇ ਲੇਖੇ ਲਾ ਦਿੱਤੀ। ਉਹਨਾਂ ਨੂੰ ਦਾਦੇ ਪੜਦਾਦਿਆਂ ਦੀਆਂ ਕਹਾਣੀਆਂ ਸੁਣਾਈਆਂ ਕਿ ਉਹਨਾਂ ਨੇ ਵੀ ਦੀਨ, ਜਿਹੜਾ ਇਸਲਾਮ ਸੀਗਾ, ਉਹਨੂੰ ਕਬੂਲ ਨਹੀਂ ਸੀ ਕੀਤਾ, ਪਰ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਸੀ। ਸਿੱਖੀ ਉਹਨਾਂ ਨੇ ਨਹੀਂ ਸੀ ਛੱਡੀ ਤੇ ਤੁਸੀਂ ਵੀ ਨਹੀਂ ਛੱਡਣੀ। ਸੋ ਅੱਜ ਦਾ ਦਿਨ ਆਇਆ 13 ਪੋਹ ਦਾ, ਬੱਚਿਆਂ ਨੂੰ ਉੱਥੇ ਪੇਸ਼ ਕੀਤਾ ਗਿਆ। ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਨੇ ਕਿ ਜਦੋਂ ਠੰਡੇ ਬੁਰਜ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈ ਕੇ ਜਾ ਰਹੇ ਸੀ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਪਿੱਛੇ ਨੂੰ ਮੁੜ ਕੇ ਦੇਖਦੇ ਨੇ ਤੇ ਦਾਦੀ ਮਾਂ ਨੂੰ ਕਹਿੰਦੇ ਨੇ ਕਿ ਦਾਦੀ ਮਾਂ, ਮਾਤਾ ਜੀ ਦੇ ਜਾਣ ਤੋਂ ਬਾਅਦ, ਯਾਨੀ ਕਿ ਮਾਂ ਜੀਤੋ ਦੇ ਜਾਣ ਤੋਂ ਬਾਅਦ ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਿਆ, ਸੋ ਹੁਣ ਵੀ ਸਾਡੇ ਮਗਰੇ ਛੇਤੀ ਛੇਤੀ ਆ ਜਾਣਾ, ਸਾਨੂੰ ਉੱਥੇ ਵੀ ਇਕੱਲਿਆਂ ਨਾ ਛੱਡਣਾ, ਮਗਰੇ ਆ ਜਾਣਾ। ਬੱਚਿਆਂ ਨੂੰ ਪੇਸ਼ ਕੀਤਾ ਗਿਆ। ਨੀਹਾਂ ਉਸਾਰੀਆਂ ਗਈਆਂ। ਨੀਹਾਂ ਜਦੋਂ ਉਸਰ ਗਈਆਂ ਤੇ ਉਹ ਕੰਧਾਂ ਡਿੱਗ ਗਈਆਂ, ਬੱਚੇ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਹੈ ਤਾਂ ਉਹਨਾਂ ਬੱਚਿਆਂ ਨੂੰ ਉੱਥੇ ਖੰਜਰ ਤਿੱਖੇ ਕਰ ਰਹੇ ਜਲਾਦਾਂ ਨੇ ਇੱਕ ਵਾਰ ਫਿਰ ਤੋਂ ਪੁੱਛਿਆ ਕਿ ਸ਼ਾਇਦ ਬੱਚੇ ਹੁਣ ਡਰ ਜਾਣਗੇ। ਬੇਹੋਸ਼ ਹੋਣ ਤੋਂ ਬਾਅਦ ਉਹਨਾਂ ਨੂੰ ਜਦੋਂ ਹੋਸ਼ ਆਈ ਮਾੜੀ ਜੀ, ਤੇ ਤਦ ਵੀ ਉਹਨਾਂ ਜਲਾਦਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਉਹ ਉਦੋਂ ਵੀ ਉਹਨਾਂ ਨੂੰ ਪੁੱਛਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ ਕਿ ਇਸਲਾਮ ਕਬੂਲ ਕਰ ਲਵੋ।
पर साहिबजादिया ने इनकार कर दिता। वो बोले, सच को मिटाओगे तो मिटोगे जहान से, डरता नहीं है अकाल किसी शहनशाह की शान से। उपदेश अपना सुन लो जरा दिल के कान से, कह रहे हैं हम तुम्हें खुदा की जुबान से। इस जवाब तो बाद उन्हां दोहां जलादां ने, शाशल बेग बाशल बेग ने अपने गोडियां दे थल्ले उन्हां दियां धौणां उन्हां दे सिर रखे ते खंजर दा वार करके उन्हां दी साह रग जिहड़ी सीगी ओह कट दित्ती। इतिहासिक ग्रंथ बंसावली नामे दे विच दर्ज है कि सारग कटन तो बाद वड्डे साहिबजादा बाबा जोरावर सिंह 2 मिनट दे विच शहीदी प्राप्त कर गए, पर बाबा फतेह सिंह जी जो उस वेले शहीद नहीं सी होए, पूरे 12 मिनट उन्हां दे चरण हिलदे रहे, वो सहकते रहे, उन्हां दे खून निकलदा रहा ते 12 मिनटां बाद हौली हौली उन्हां दे चरण हिलने बंद हो गए। भाई दुना सिंह हंडूरिया तां इन्ना भी लिखते ने कि उन्हां नूं शहीद करन तो पहलां उन्हां जलादां ने, उन्हां दुश्मन फौजां ने उन्हां निक्के निक्के बच्चियां नूं चाबकां ते कोरड़े भी मारे सी। एक पिपल दे दरखत दे नाल रस्सियां नाल बन के गुलेलां दे निशाने बना के उन्हां नूं तसीहे दित्ते सी। खमची साथ जो लगे तबै दुख देवनंग, ऐसो बालक फूल तूप नह खेवनंग। तब मलेरिए कहियो जड़ां तुम जाहे ही, ए मासूम है बाल दुखावहो नाहे ही। जब दुष्टि ऐसे दुख बहरो फेस सीस कढ़वाए, रज को पाए पीपलहे बांधे, दुष्ट गुलेले तीर सो साधे। ਇਹ ਜਿਹੜੀ रचना आ ये उन्होंने जी किताब इतिहासिक किताब आ कथा गुरसुतन की ਉਹਦੇ ਵਿੱਚ दर्ज है। ये सिर्फ उन्होंने महान रूहां नूं जिन्हां ने साडी खातर शहादतां दित्तियां उन्हां वास्ते एक श्रद्धांजलि मात्र है। यकीनन ਇਹਦੇ ਤੋਂ बिना बहुत कुछ अजिहा होया होवेगा जो शब्दां की पहुँच तो परे है जां जिहदा जिक्र नहीं आउंदा कि वो मुगलिया हुकूमत के हथे चढ़े होणगे, उन्होंने डराउण दे वास्ते बहुत अत दे तसीहे दिते होणगे, हर एक संभव कोशिश उन्होंने की होवेगी। ਇਹੋ ਜਿਹੇ तसीहे सुन के ही साडे दिल दे विच पीड़ उठदी है ते जो सानू पता नहीं वो पता नहीं कितना कुछ होवेगा, क्योंकि वजीर खान की पूरी कोशिश सी कि वो इन्हां बच्चियां नू डरा धमका के जे ये इस्लाम कबूल कर लैणगे तां वो जित जाएगा, गुरु साहिब दा सीस झुक जाएगा। पर उहदियां कोई कोशिशां जिहड़ियां आ ओह संभव नहीं हो सकियां, वो सफल नहीं हो सकियां। ये निक्के साहिबजादे अपने दीन दे विच पक्के रहे, इन्हां ने इस्लाम नहीं कबूलिया, सिੱਖੀ खातर अपनियां जानां कुर्बान कर दित्तियां ते साडे वास्ते नवे पूरने पा गए। हम जान दे के औरों की जान बचा चले, सिੱਖੀ की नीम हम हैं सिरों पर उठा चले। गुरियाई का है किस्सा जहां में बना चले, सिंगों की सल्तनत का है पौधा लगा चले। गद्दी और तख्त अब कौम पाएगी, दुनिया में जालमों का निशान तक मिटाएगी। सो साडा भी यह फर्ज बन जाता है कि असी उन्हां दे दसे हुए राहां उत्ते चलीए, उन्हां दियां शहादतां नूं याद रखिए, अपनी भी सिੱਖੀ नूं संभाल के रखिए। असी जिहड़ी सिੱਖੀ है वो साडी पूर्ण तौर उत्ते निभे, सिੱਖੀ केसां सुआसां संग निभे।